Good morning, students. Now we will start our topic second of chapter fourth. ठीक है, ਕੱਲ ਆਪਾਂ ਕੀ ਕੀਤਾ, ਮਨੀ ਦਾ ਮੀਨਿੰਗ ਦੇਖਿਆ ਤੇ ਮਨੀ ਦੇ ਪ੍ਰਾਇਮਰੀ ਫੰਕਸ਼ਨਸ ਦੇਖੇ। ਅੱਜ ਸੈਕਿੰਡ ਸੀਗੇ ਮਨੀ ਦੇ ਸੈਕੰਡਰੀ ਫੰਕਸ਼ਨਸ ਕੀ ਆ ਉਹਨਾਂ ਨੂੰ ਡਿਸਕਸ ਕਰਾਂਗੇ। ਹੁਣ ਆਪਾਂ ਦੇਖਦੇ ਹਾਂ ਵੀ ਮਨੀ ਦੇ ਸੈਕੰਡਰੀ ਫੰਕਸ਼ਨਸ ਆ ਜਿਹੜੇ ਉਹਨਾਂ ਨੂੰ ਤਿੰਨ ਤਰ੍ਹਾਂ ਦੇ ਫੰਕਸ਼ਨ ਦੇ ਵਿੱਚ ਡਿਵਾਈਡ ਕੀਤਾ ਜਾਂਦਾ। ਮਤਲਬ ਸੈਕੰਡਰੀ ਫੰਕਸ਼ਨ ਦੇ ਵਿੱਚ ਤਿੰਨ ਤਰ੍ਹਾਂ ਦੇ ਕੰਮ ਆ ਜਾਂਦੇ ਆ ਜਿਹੜੇ ਮਨੀ ਦੁਆਰਾ ਕੀਤੇ ਜਾਂਦੇ ਆ। ਪਹਿਲਾ ਕੀ ਆ, ਸਟੈਂਡਰਡ ਆਫ ਡਿਫਰਡ ਪੇਮੈਂਟ, ਸਟੋਰ ਆਫ ਵੈਲਿਊ ਐਂਡ ਟ੍ਰਾਂਸਫਰ ਆਫ ਵੈਲਥ। ਮਤਲਬ ਇਹਦੇ ਵਿੱਚ ਸਿਰਫ ਤਿੰਨ ਹੀ ਕੰਮ ਆਉਂਦੇ ਆ ਜੋ ਮਨੀ ਦੁਆਰਾ ਕੀਤੇ ਜਾਂਦੇ ਆ। ਸਟੈਂਡਰਡ ਆਫ ਡਿਫਰ ਪੇਮੈਂਟਸ, ਸਟੋਰ ਆਫ ਵੈਲਿਊ ਐਂਡ ਦਾ ਟ੍ਰਾਂਸਫਰ ਆਫ ਵੈਲਥ। ਪਹਿਲਾਂ ਆਪਾਂ ਡਿਸਕਸ ਕਰਾਂਗੇ ਵੀ ਸਟੈਂਡਰਡ ਆਫ ਡਿਫਰ ਪੇਮੈਂਟਸ ਕੀ ਹੁੰਦਾ। ਹੁਣ ਆਪਾਂ ਨੂੰ ਪਤਾ ਵੀ ਡਿਫਰਡ ਦਾ ਮਤਲਬ ਹੁੰਦਾ ਲੇਟ, ਪੇਮੈਂਟਸ ਮਤਲਬ ਪੇ ਕਰਨਾ। ਕੋਈ ਵੀ ਪੇਮੈਂਟ ਜੋ ਲੇਟ ਕੀਤੀ ਜਾਂਦੀ ਹੈ ਉਹਨੂੰ ਡਿਫਰਡ ਪੇਮੈਂਟਸ ਕਿਹਾ ਜਾਂਦਾ। ਠੀਕ ਹੈ, ਹੁਣ ਮਨੀ ਕਿਵੇਂ ਕੰਮ ਕਰਦੀ ਹੈ ਐਜ਼ ਅ ਡਿਫਰ ਪੇਮੈਂਟਸ। ਆਪਾਂ ਨੂੰ ਕੀ ਪਤਾ ਵੀ ਬਾਰਟਰ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਸੀ, ਬਹੁਤ ਜ਼ਿਆਦਾ ਕੰਪਲੈਕਸ ਕੰਮ ਹੋ ਗਿਆ ਸੀ ਬਾਰਟਰ ਸਿਸਟਮ ਦੇ ਵਿੱਚ, ਜਦੋਂ ਗੁੱਡਸ ਨੂੰ ਗੁੱਡਸ ਦੇ ਨਾਲ ਕੀ ਕੀਤਾ ਜਾਂਦਾ ਸੀ, ਐਕਸਚੇਂਜ ਕੀਤਾ ਜਾਂਦਾ ਸੀ। ਹੁਣ ਆਪਾਂ ਦੇਖਦੇ ਹਾਂ ਵੀ ਮਨੀ ਨੇ ਡਿਫਰ ਪੇਮੈਂਟਸ ਨੂੰ ਕਿਵੇਂ ਈਜ਼ੀਲੀ ਬਣਾ ਦਿੱਤਾ ਤੇ ਕਿਵੇਂ ਆਪਾਂ ਈਜ਼ੀਲੀ ਇਹ ਪੇਮੈਂਟਸ ਆ ਜਿਹੜੀਆਂ ਉਹ ਕਰ ਸਕਦੇ ਹਾਂ। ਡਿਫਰ ਪੇਮੈਂਟਸ ਆਰ ਦੋਜ਼ ਪੇਮੈਂਟਸ ਵਿਚ ਆਰ ਟੂ ਬੀ ਮੇਡ ਇਨ ਦਾ ਨੀਅਰ ਫਿਊਚਰ। ਮਤਲਬ ਡਿਫਰ ਪੇਮੈਂਟਸ ਉਹ ਪੇਮੈਂਟਸ ਹੁੰਦੀਆਂ ਜਿਹੜੀਆਂ ਕਿ ਫਿਊਚਰ ਦੇ ਵਿੱਚ ਕੀਤੀਆਂ ਜਾਂਦੀਆਂ, ਨੇੜੇ ਦੇ ਫਿਊਚਰ ਦੇ, ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪੇਮੈਂਟਸ ਕੀਤੀਆਂ ਜਾਂਦੀਆਂ ਉਹਨੂੰ ਡਿਫਰ ਪੇਮੈਂਟਸ ਕਿਹਾ ਜਾਂਦਾ। ਆਪਾਂ ਇਹਨੂੰ ਐਗਜ਼ਾਮਪਲ ਦੇ ਤੌਰ ਤੇ ਦੇਖਦੇ ਹਾਂ, ਜਿਵੇਂ ਆਪਾਂ ਬੈਂਕਸ ਤੋਂ ਲੋਨ ਵਗੈਰਾ ਲੈਂਦੇ ਹਾਂ। ਠੀਕ ਹੈ, ਕੋਈ ਕਿਸੇ ਵੀ ਚੀਜ਼, ਕੋਈ ਕੰਮ ਚਲਾਉਣ ਲਈ, ਠੀਕ ਹੈ, ਕੋਈ ਚੀਜ਼ ਲੈਣ ਲਈ ਆਪਾਂ ਬੈਂਕ ਤੋਂ ਲੋਨ ਲੈ ਲੈਂਦੇ ਹਾਂ। ਠੀਕ ਹੈ, ਬੈਂਕ ਕੀ ਕਰਦਾ, 1 ਸਾਲ ਦੇ ਵਿੱਚ 3 ਇੰਸਟਾਲਮੈਂਟ ਜਾਂ EMIs ਰੱਖ ਲੈਂਦਾ ਵੀ ਇੰਨੀਆਂ ਇੰਸਟਾਲਮੈਂਟ ਦੇ ਵਿੱਚ ਤੁਸੀਂ ਹੌਲੀ ਹੌਲੀ ਕਰਕੇ ਜਿਹੜੀ ਉਹ ਪੇਮੈਂਟ ਕਰ ਦੇਣੀ ਆ, ਜਿਹੜੇ ਸਾਰੇ ਪੈਸੇ ਆ ਜਿਹੜੇ ਉਹ ਪੇ ਕਰ ਦੇਣੇ ਆ। ਠੀਕ ਹੈ, ਹੁਣ ਇੱਦਾਂ ਹੀ ਆ ਕੀ ਆ, ਜਿਹੜੇ ਆਪਣੀ ਕੰਟਰੀ ਦੇ ਵਿੱਚ ਕਹਿ ਸਕਦੇ ਹਾਂ ਵੀ 75% 75 ਪੀਪਲਸ ਇਹੋ ਜਿਹੇ ਆ ਜਿਹੜੇ ਕਿਹੜੇ ਆ, ਹੋਮਸ ਦੇ ਲਈ ਆ ਲੋਨ ਵਗੈਰਾ ਲੈਂਦੇ ਆ। ਠੀਕ ਹੈ, ਕਿਉਂ ਲੈਂਦੇ ਆ, ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਇੱਕ ਵਾਰੀ ਆਪਣਾ ਹਾਊਸ ਬਣਾ ਲਾਂਗੇ ਤਾਂ ਉਹਦੀ ਪੇਮੈਂਟਸ ਆਪਾਂ ਹੌਲੀ ਹੌਲੀ ਕਰ ਸਕਦੇ ਹਾਂ। ਮਤਲਬ ਉਹਦੀ ਡਿਫਰ ਪੇਮੈਂਟਸ ਹੋ ਸਕਦੀਆਂ। ਡਿਫਰ ਪੇਮੈਂਟ ਤਾਂ ਹੀ ਪੋਸੀਬਲ ਹੋਈਆਂ ਜਦੋਂ ਮਨੀ ਆਪਣੀ ਹੋਂਦ ਦੇ ਵਿੱਚ ਆਈ ਤੇ ਮਨੀ ਨੂੰ ਬਣਾਇਆ ਗਿਆ। ਠੀਕ ਹੈ, ਇਸੇ ਤਰ੍ਹਾਂ ਕੀ ਆ, ਉਹ ਕੀ ਕਰਦੇ ਆ, ਆਪਣੇ ਹੋਮ ਲੋਨ ਲੈ ਲੈਂਦੇ ਆ ਤਾਂ ਉਹ 10 ਸਾਲਾਂ ਦੇ ਵਿੱਚ ਕੀ ਹੈ, ਡਿਫਰ ਪੇਮੈਂਟਸ ਕਰਦੇ ਰਹਿੰਦੇ ਆ, ਕਿਉਂਕਿ ਉਹਨਾਂ ਦੀਆਂ ਇੰਸਟਾਲਮੈਂਟਸ ਜਿਹੜੀਆਂ ਬਣ ਜਾਂਦੀਆਂ। ਪਰ ਕੀ ਆ, ਬਾਰਟਰ ਸਿਸਟਮ ਦੇ ਵਿੱਚ ਇਹ ਕਿਉਂ ਪ੍ਰੋਬਲਮ ਸੀਗੀ, ਕਿਉਂਕਿ ਦੇਖੋ ਹੁਣ ਕਿਸੇ ਨੇ ਕਿਸੇ ਤੋਂ ਚੇਅਰ ਲਈ ਆ, ਹੁਣ ਇੱਦਾਂ ਤਾਂ ਹੋ ਨਹੀਂ ਸਕਦਾ ਵੀ ਉਹ ਚੇਅਰ ਦੀ ਉਹ ਡਿਫਰ ਪੇਮੈਂਟ ਕਰਦੇ ਵੀ ਚੇਅਰ ਨੂੰ ਹੌਲੀ ਹੌਲੀ ਕਰਕੇ ਵਾਪਸ ਕਰ ਦੇਵੇ। ਠੀਕ ਹੈ, ਇਸ ਤਰ੍ਹਾਂ ਦੇ ਨਾਲ ਜਿਹੜੀਆਂ ਬਾਰਟਰ ਸਿਸਟਮ ਦੇ ਵਿੱਚ ਇਹ ਪ੍ਰੋਬਲਮਸ ਬਹੁਤ ਜ਼ਿਆਦਾ ਆਉਂਦੀਆਂ ਸੀ, ਕਿਉਂਕਿ ਜਿਹੜੀ ਚੇਅਰ ਆ ਉਹਦਾ ਕੋਈ ਵੀ ਵੈਲਿਊ ਨਹੀਂ ਸੀ, ਉਹਦੇ ਲਈ ਕੋਈ ਵੀ ਪੈਸਾ ਨਹੀਂ ਦਿੱਤਾ ਜਾਂਦਾ ਸੀ, ਨਾ ਹੀ ਉਹਦੀ ਕੋਈ ਡਿਫਰ ਪੇਮੈਂਟ ਹੋ ਸਕਦੀ ਸੀ। ਵੀ ਆਪਾਂ ਇੱਦਾਂ ਨਹੀਂ ਕਹਿ ਸਕਦੇ ਸੀ ਵੀ ਆਪਾਂ ਚੇਅਰ ਨੂੰ ਫਿਊਚਰ ਦੇ ਵਿੱਚ ਹੌਲੀ ਹੌਲੀ ਕਰਕੇ ਵਾਪਸ ਕਰ ਦਈਏ। ਪਰ ਮਨੀ ਨੂੰ ਕੀ ਆ, ਆਪਾਂ ਫਿਊਚਰ ਦੇ ਵਿੱਚ ਜਾਂ ਇੰਸਟਾਲਮੈਂਟ ਕਰਕੇ ਆਪਾਂ ਹੌਲੀ ਹੌਲੀ ਫਿਊਚਰ ਦੇ ਲਈ ਪੇਮੈਂਟਸ ਨੂੰ ਟਾਲ ਸਕਦੇ ਹਾਂ। ਠੀਕ ਹੈ, ਇੱਦਾਂ ਹੀ ਕੀ ਆ, ਮਨੀ ਦੇ ਆਉਣ ਦੇ ਨਾਲ ਜਿਹੜੀ ਕਿਹੜੀਆਂ ਪ੍ਰੋਬਲਮਸ ਸੀਗੀਆਂ ਪਹਿਲਾਂ ਬਾਰਟਰ ਸਿਸਟਮ ਦੇ ਵਿੱਚ, ਬੋਰਿੰਗ ਐਂਡ ਲੈਂਡਿੰਗ ਵਰ ਕੰਪਲੈਕਸ ਪ੍ਰੋਬਲਮਸ। ਮਤਲਬ ਜਦੋਂ ਕਿਸੇ ਨੂੰ ਉਧਾਰ ਦਿੱਤਾ ਜਾਂਦਾ ਸੀ ਜਾਂ ਉਧਾਰ ਲਿਆ ਜਾਂਦਾ ਸੀ ਤਾਂ ਕੀ ਸੀਗਾ, ਬਾਰਟਰ ਸਿਸਟਮ ਦੇ ਵਿੱਚ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਬਣ ਗਈ ਸੀ। ਬਟ ਨਾਓ ਬੋਰਿੰਗ ਐਂਡ ਲੈਂਡਿੰਗ ਕੈਨ ਬੀ ਡਨ ਇਨ the terms of money and money is the best standard of defer payments। ਮਤਲਬ ਹੁਣ ਕੀ ਆ, ਜਿਹੜੀ ਇਹ ਕਿਸੇ ਤੋਂ ਆਪਾਂ ਉਧਾਰ ਲੈਣਾ ਜਾਂ ਉਧਾਰ ਦੇਣਾ, ਹੁਣ ਕਿਹਨੇ ਈਜ਼ੀ ਬਣਾ ਦਿੱਤਾ, ਇਹ ਕਿਹਨੇ ਕੰਮ ਈਜ਼ੀ ਕਰ ਦਿੱਤਾ, ਮਨੀ ਨੇ। ਠੀਕ ਹੈ, ਮਨੀ ਦੇ ਦੁਆਰਾ ਆਪਾਂ ਕਿਸੇ ਤੋਂ ਆਸਾਨੀ ਦੇ ਨਾਲ ਉਧਾਰ ਲੈ ਸਕਦੇ ਹਾਂ ਤੇ ਉਹਨਾਂ ਤੋਂ ਉਧਾਰ ਜਿਹੜੇ ਆ ਉਹ ਦੇ ਸਕਦੇ ਹਾਂ। ਇਸ ਤਰ੍ਹਾਂ ਇਹਦੇ ਕੁਝ ਫੀਚਰਸ ਆ ਡਿਫਰ ਪੇਮੈਂਟਸ ਦੇ ਜਾਂ ਮਨੀ ਦੇ, ਜਿਹਦੇ ਨਾਲ ਡਿਫਰ ਪੇਮੈਂਟਸ ਜਿਹੜੀਆਂ ਈਜ਼ੀ ਹੋ ਗਈਆਂ। ਠੀਕ ਹੈ, ਹੁਣ ਆਪਾਂ ਫੀਚਰਸ ਦੇਖਦੇ ਹਾਂ ਵੀ ਮਨੀ ਦੇ ਵਿੱਚ ਕਿਹੋ ਜਿਹੇ ਇਹੋ ਜਿਹੇ ਫੀਚਰ ਆ ਜਿਹਦੇ ਨਾਲ ਡਿਫਰ ਪੇਮੈਂਟਸ ਨੂੰ ਈਜ਼ੀਲੀ ਕੀਤਾ ਜਾ ਸਕਦਾ। ਕੀ ਕਹਿੰਦੇ ਆ, ਦਾ ਵੈਲਿਊ ਆਫ ਮਨੀ ਇਜ਼ ਰਿਲੇਟਿਵਲੀ ਮੋਰ ਸਟੇਬਲ ਐਜ਼ ਕੰਪੇਅਰ ਟੂ ਦਾ ਅਦਰ ਕਮੋਡਿਟੀਜ਼। ਆਪਾਂ ਨੂੰ ਪਤਾ ਵੀ ਜਿਹੜੀ ਮਨੀ ਦੀ ਵੈਲਿਊ ਆ ਉਹ ਜ਼ਿਆਦਾ ਕੀ ਆ, ਸਟੇਬਲ ਆ, ਮਤਲਬ ਸਥਿਰ ਆ ਗੁਡਸ ਦੀ ਵੈਲਿਊਜ਼ ਦੇ ਨਾਲੋਂ, ਤਾਂ ਕਰਕੇ ਆਪਾਂ ਈਜ਼ੀਲੀ ਆ ਕੀ ਆ ਡਿਫਰ ਪੇਮੈਂਟਸ ਕਰ ਸਕਦੇ ਹਾਂ। ਮਨੀ ਇਜ਼ ਡਿਊਰੇਬਲ ਕਮੋਡਿਟੀ। ਮਤਲਬ ਮਨੀ ਕੀ ਆ, ਇਹਨੂੰ ਇੱਕ ਡਿਊਰੇਬਲ ਆ, ਆਪਾਂ ਪੜ੍ਹਿਆ ਸੀ
ਗੁਡਸ ਡਿਊਰੇਬਲ ਕਿਹੜੀਆਂ ਹੁੰਦੀਆਂ ਜਿਹੜੀਆਂ ਜ਼ਿਆਦਾ ਸਮੇਂ ਤੱਕ ਚੱਲ ਸਕਦੀਆਂ। ਆਪਾਂ ਪਤਾ ਵੀ ਮਨੀ ਨੂੰ ਰੱਖ ਸਕਦੇ ਹਾਂ, ਠੀਕ ਹੈ, ਇਹਨੂੰ ਫਿਊਚਰ ਦੇ ਵਿੱਚ ਪੇ ਕਰ ਸਕਦੇ ਹਾਂ, ਇਹ ਕਦੇ ਵੀ ਖਰਾਬ ਨਹੀਂ ਹੁੰਦੀ, ਇਹਦਾ ਠੀਕ ਹੈ, ਇਹਦੀ ਵਰਤੋਂ ਫਿਊਚਰ ਦੇ ਵਿੱਚ ਕਰ ਸਕਦੇ ਹਾਂ। ਤਾਂ ਕਰਕੇ ਕੀ ਹੈ, ਇਹਦੇ ਵਿੱਚ ਇਹੋ ਜਿਹਾ ਫੀਚਰ ਆ ਜਿਹਦੇ ਨਾਲ ਆਪਾਂ ਡਿਫਰ ਪੇਮੈਂਟਸ ਕਰ ਸਕਦੇ ਹਾਂ। ਮਨੀ ਇਜ਼ ਜਰਨਲੀ ਅਸੈਪਟੇਬਲ ਇਨ ਐਕਸਚੇਂਜ, ਕੋਈ ਵੀ ਤਰ੍ਹਾਂ ਦਾ ਵਟਾਂਦਰਾ ਕਰਨਾ, ਕਿਸੇ ਤਰ੍ਹਾਂ ਦਾ ਐਕਸਚੇਂਜ ਕਰਨਾ, ਆਪਾਂ ਅਦਲਾ ਬਦਲੀ ਕਰਨੀ ਆ, ਕਿਹਦੇ ਨਾਲ ਹੀ ਕਰ ਸਕਦੇ ਹਾਂ, ਮਨੀ ਦੁਆਰਾ, ਕਿਉਂਕਿ ਸਾਰੇ ਜਾਣੇ ਇਹਨੂੰ ਕੀ ਆ ਅਸੈਪਟ ਕਰਦੇ ਆ, ਠੀਕ ਹੈ। ਇਹ ਕੀ ਆ ਸਟੈਂਡਰਡ ਆਫ ਡਿਫਰਡ ਪੇਮੈਂਟ ਦੇ ਆ ਜਿਹੜੇ ਮੀਨਿੰਗਸ ਨੂੰ ਆਪਾਂ ਦੇਖ ਸਕਦੇ ਹਾਂ ਵੀ ਕਿੱਦਾਂ ਈਜ਼ੀ ਹੋ ਜਾਂਦੀ ਆ ਮਨੀ ਦੇ ਨਾਲ ਡਿਫਰ ਪੇਮੈਂਟਸ ਕਰਨਾ। ਐਜ਼ ਅ ਕਨਕਲੂਜ਼ਨ ਆਪਾਂ ਦੇਖ ਸਕਦੇ ਹਾਂ ਵੀ ਇਨ ਸ਼ਾਰਟ ਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ, ਮਨੀ ਹੈਜ਼ ਓਨਲੀ facilitated the current transaction but also the future transaction। ਮਤਲਬ ਮਨੀ ਨੇ ਸਿਰਫ ਹੋਣ ਵਾਲੀਆਂ ਜਿਹੜੀਆਂ ਕਰੰਟ ਕਰਨੀਆਂ ਆਪਾਂ ਐਟ ਏ ਟਾਈਮ ਟ੍ਰਾਂਜੈਕਸ਼ਨਸ ਕਰਨੀਆਂ ਉਹਨੂੰ ਹੀ ਈਜ਼ੀ ਨਹੀਂ ਬਣਾ ਦਿੱਤਾ, ਸਗੋਂ ਜਿਹੜੀਆਂ ਆਪਾਂ ਟ੍ਰਾਂਜੈਕਸ਼ਨਸ ਜਿਹੜੀਆਂ ਕਰਨੀਆਂ ਆਪਾਂ ਉਹ ਫਿਊਚਰ ਦੇ ਵਿੱਚ ਕਰਨੀਆਂ ਉਹਨੂੰ ਵੀ ਈਜ਼ੀ ਬਣਾ ਦਿੱਤਾ। ਹੁਣ ਆਪਾਂ ਦੇਖਦੇ ਹਾਂ ਵੀ ਟ੍ਰਾਂਜੈਕਸ਼ਨ ਦਾ ਮਤਲਬ ਕੀ ਹੁੰਦਾ। ਦੇਖੋ ਬਾਰਟਰ ਸਿਸਟਮ ਦੇ ਵਿੱਚ ਕੀ ਹੁੰਦਾ ਸੀ, ਗੁਡਸ ਦੇ ਬਦਲੇ ਗੁਡਸ ਦੇ ਦੀਆਂ ਜਾਂ ਗੁਡਸ ਦੇ ਬਦਲੇ ਸਰਵਿਸਿਜ਼। ਜੇ ਆਪਾਂ ਕਿਸੇ ਤੋਂ ਸਰਵਿਸ ਲਈ ਆ ਉਹਦੇ ਬਦਲੇ ਆਪਾਂ ਗੁਡਸ ਦੇ ਦਿੱਤੀਆਂ, ਠੀਕ ਹੈ, ਇਹਨੂੰ ਕੀ ਕਹਿੰਦੇ ਆ, ਇਹਨਾਂ ਨੂੰ ਐਕਸਚੇਂਜ ਕਹਿੰਦੇ ਆ। ਪਰ ਜਦੋਂ ਕੀ ਹੈ ਗੁਡਸ ਐਂਡ ਸਰਵਿਸ ਦੇ ਬਦਲੇ ਆਪਾਂ ਮਨੀ ਦਿੰਦੇ ਹਾਂ, ਠੀਕ ਹੈ, ਕਿਸੇ ਨੇ ਆਪਾਂ ਨੂੰ ਗੁਡਸ ਦਿੱਤੀਆਂ ਜਾਂ ਸਰਵਿਸ ਦੇ ਰਿਹਾ ਕੋਈ, ਆਪਾਂ ਉਹਦੇ ਬਦਲੇ ਉਹਨੂੰ ਮਨੀ ਦਿੱਤੀ ਤਾਂ ਉਹਨੂੰ ਕੀ ਕਹਿੰਦੇ ਆ, ਟ੍ਰਾਂਜੈਕਸ਼ਨ ਉਹਨੂੰ ਕਿਹਾ ਜਾਂਦਾ, ਠੀਕ ਹੈ। ਜਦੋਂ ਗੁਡਸ ਦੇ ਬਦਲੇ ਗੁਡਸ ਜਾਂ ਫਿਰ ਗੁਡਸ ਦੇ ਬਦਲੇ ਸਰਵਿਸ ਦਿੱਤੀਆਂ ਜਾਂਦੀਆਂ ਉਹਨੂੰ ਐਕਸਚੇਂਜ ਕਿਹਾ ਜਾਂਦਾ, ਪਰ ਗੁਡਸ ਅਤੇ ਸਰਵਿਸ ਦੇ ਬਦਲੇ ਜਦੋਂ ਮਨੀ ਦਿੱਤੀ ਜਾਂਦੀ ਆ ਉਹਨੂੰ ਕੀ ਕਿਹਾ ਜਾਂਦਾ, ਟ੍ਰਾਂਜੈਕਸ਼ਨ ਕਿਹਾ ਜਾਂਦਾ। ਇੱਥੇ ਆਪਣਾ ਡਿਫਰ ਪੇਮੈਂਟ ਵਾਲਾ ਪੁਆਇੰਟ ਆ ਜਿਹੜਾ ਉਹ ਕੰਪਲੀਟ ਹੋ ਜਾਂਦਾ। ਹੁਣ ਆਪਾਂ ਦੇਖਦੇ ਹਾਂ ਵੀ ਜਿਹੜਾ ਸੈਕੰਡਰੀ ਕੰਮ ਆ ਹੋਰ ਮਨੀ ਦਾ ਕਿਹੜਾ ਫੰਕਸ਼ਨ ਆ, ਸਟੋਰ ਆਫ ਵੈਲਿਊ ਆ, ਕੀ ਆ ਇਹਦਾ ਹੈਗਾ ਸੈਕੰਡਰੀ ਫੰਕਸ਼ਨ ਆ ਸਟੋਰ ਆਫ ਵੈਲਿਊ, ਠੀਕ ਹੈ। ਦੈਟ ਪਾਰਟ ਆਫ the income which is saved for future is called as store of value। ਮਤਲਬ ਆਪਾਂ ਨੂੰ ਪਤਾ ਆਪਾਂ ਇਨਕਮ ਨੂੰ ਦੋ ਹਿੱਸਿਆਂ ਵਿੱਚ ਡਿਵਾਈਡ ਕਰਦੇ ਹਾਂ, ਇੱਕ ਕੰਜ਼ੰਪਸ਼ਨ ਕਰ ਲੈਂਦੇ ਹਾਂ ਤੇ ਜਾਂ ਫਿਰ ਸੇਵਿੰਗ ਕਰ ਲੈਂਦੇ ਹਾਂ। ਜਿਹੜੇ ਪਾਰਟ ਨੂੰ ਆਪਾਂ ਫਿਊਚਰ ਦੇ ਲਈ ਸੇਵ ਕਰਕੇ ਰੱਖ ਲੈਂਦੇ ਹਾਂ, ਠੀਕ ਹੈ, ਉਹਨੂੰ ਕੀ ਕਿਹਾ ਜਾਂਦਾ, ਸਟੋਰ ਆਫ ਵੈਲਿਊ। ਮਤਲਬ ਪੈਸੇ ਨੂੰ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ। ਕੀ ਹੈ ਐਗਜ਼ਾਮਪਲ ਇਹਦੀ, ਆਪਣੇ ਕੋਲ ਹੁਣ ਸਾਰਿਆਂ ਕੋਲ ਪਤਾ ਹੀ ਆਪਾਂ ਨੂੰ ਵੀ ਬੈਂਕ ਅਕਾਊਂਟਸ ਖੁੱਲ੍ਹੇ ਹੁੰਦੇ ਆ, ਅਕਾਊਂਟਸ ਹੁੰਦੇ ਆ, ਉਹਨਾਂ ਦੇ ਵਿੱਚ ਆਪਾਂ FD ਵਗੈਰਾ ਫਿਕਸ ਡਿਪੋਜ਼ਿਟ ਵਗੈਰਾ ਕਰਾਉਂਦੇ ਆ ਤੇ ਆਪਣੀ ਮਨੀ ਨੂੰ ਸੇਵ ਕਰ ਲੈਂਦੇ ਆ, ਠੀਕ ਹੈ। ਇਹ ਕੀ ਆ, ਸਟੋਰ ਆਫ ਵੈਲਿਊ। ਆਪਾਂ ਸਿਰਫ ਮਨੀ ਨੂੰ ਹੀ ਸੇਵ ਕਰ ਸਕਦੇ ਹਾਂ। ਪਰ ਪਹਿਲਾਂ ਕੀ ਸੀ, ਬਾਰਟਰ ਸਿਸਟਮ ਦੇ ਵਿੱਚ ਕੀ ਸੀ, ਸੇਵਿੰਗ ਕੁਡ ਬੀ ਡਨ ਇਨ ਦਾ ਟਰਮਸ ਆਫ ਕਮੋਡਿਟੀਜ਼ ਐਂਡ ਸਮ ਆਫ them happened to be ਪੈਰੀਸ਼ੇਬਲ। ਮਤਲਬ ਕੀ ਕਹਿੰਦੇ ਸੀ, ਬਾਰਟਰ ਸਿਸਟਮ ਦੇ ਵਿੱਚ ਸੇਵਿੰਗਸ ਕਿਉਂ ਨਹੀਂ ਹੋ ਸਕਦੀਆਂ ਸੀ, ਕਿਉਂਕਿ ਉਹਨਾਂ ਵਿੱਚੋਂ ਕੁਝ ਚੀਜ਼ਾਂ ਸੀਗੀਆਂ ਜਿਹੜੀਆਂ ਨਾਸ਼ਵਾਨ ਸੀ, ਨਸ਼ਟ ਹੋ ਸਕਦੀਆਂ ਸੀਗੀਆਂ। ਮਤਲਬ ਜੇ ਮਿਲਕ ਵਗੈਰਾ, ਮਿਲਕ ਆ, ਠੀਕ ਹੈ, ਕੋਈ ਫਰੂਟ ਵਗੈਰਾ, ਉਹ ਕੀ ਆ ਜਲਦੀ ਖਤਮ ਹੋ ਜਾਣਗੇ, ਆਪਾਂ ਉਹਨੂੰ ਸਟੋਰ ਨਹੀਂ ਕਰ ਸਕਦੇ। ਪਰ ਮਨੀ ਨੂੰ ਕੀ ਆਪਾਂ ਸਟੋਰ ਕਰ ਸਕਦੇ ਹਾਂ ਲੰਮੇ ਸਮੇਂ ਤੱਕ, ਠੀਕ ਹੈ। ਅੱਗੇ ਆਪਾਂ ਦੇਖਦੇ ਹਾਂ ਵੀ ਪ੍ਰੋਫੈਸਰ ਕੀਨਜ਼ ਆ ਉਹ ਕੀ ਕਹਿੰਦੇ ਆ ਮਨੀ ਬਾਰੇ, ਮਨੀ ਦੀ ਸਟੋਰ ਆਫ ਵੈਲਿਊ ਬਾਰੇ। ਮਨੀ ਇਜ਼ ਅ ਲਿੰਕ ਬਿਟਵੀਨ ਪ੍ਰੈਜ਼ੈਂਟ ਐਂਡ ਦਾ ਫਿਊਚਰ। ਮਤਲਬ ਜਦੋਂ ਆਪਾਂ ਮਨੀ ਨੂੰ ਪ੍ਰੈਜ਼ੈਂਟ ਵਿੱਚ ਤਾਂ ਸੇਵ ਕਰਕੇ ਰੱਖ ਲਿਆ, ਠੀਕ ਹੈ, ਤੇ ਦੈਨ ਫਿਊਚਰ ਦੇ ਵਿੱਚ ਆਪਾਂ ਉਹਨੂੰ ਯੂਜ਼ ਕਰ ਲਿਆ, ਇਹ ਕੀ ਆ, ਇਹਨਾਂ ਵਿਚਾਲੇ ਲਿੰਕ ਆ। ਸਿਰਫ ਮਨੀ ਨੂੰ ਹੀ ਆਪਾਂ ਪ੍ਰੈਜ਼ੈਂਟ ਵਿੱਚ ਸੇਵ ਕਰਕੇ ਫਿਊਚਰ ਦੇ ਵਿੱਚ ਵਰਤ ਸਕਦੇ ਹਾਂ, ਕਿਉਂਕਿ ਬਾਰਟਰ ਸਿਸਟਮ ਦੇ ਵਿੱਚ ਵਸਤੂਆਂ ਨੂੰ ਵਸਤੂਆਂ ਦੇ ਨਾਲ ਕੀ ਕੀਤਾ ਜਾਂਦਾ ਸੀ, ਐਕਸਚੇਂਜ ਕੀਤਾ ਜਾਂਦਾ ਸੀ, ਤੇ ਆਪਾਂ ਵਸਤੂਆਂ ਨੂੰ ਜ਼ਿਆਦਾ ਸਮੇਂ ਤੱਕ ਸਟੋਰ ਨਹੀਂ ਕਰ ਸਕਦੇ, ਠੀਕ ਹੈ। ਇਸ ਦੇ ਨਾਲ ਹੀ ਆ ਮਨੀ ਆਉਣ ਦੇ ਨਾਲ ਕੀ ਹੋਇਆ, ਇਕਨੋਮਿਕ ਗਰੋਥ, ਠੀਕ ਹੈ। ਇਕਨੋਮਿਕ ਗਰੋਥ ਕਾਹਦੇ ਨਾਲ ਹੁੰਦੀ ਆ, ਕੈਪੀਟਲ ਫਾਰਮੇਸ਼ਨ। ਕੈਪੀਟਲ ਫਾਰਮੇਸ਼ਨ ਤਾਂ ਹੀ ਹੋਊਗੀ ਜੇ ਆਪਣੀ ਮਨੀ ਹੋਊਗੀ, ਠੀਕ ਹੈ। ਕੈਪੀਟਲ ਫਾਰਮੇਸ਼ਨ ਦਾ ਮਤਲਬ ਹੁੰਦਾ ਵੀ ਇਨਕਮ ਨੂੰ ਜਨਰੇਟ ਕਰਨਾ। ਉਸ ਤੋਂ ਬਾਅਦ ਜਦੋਂ ਆਪਣੇ ਕੋਲ ਇਨਕਮ ਆਊਗੀ ਤਾਂ ਹੀ ਆਪਾਂ ਸੇਵਿੰਗ ਕਰ ਸਕਦੇ ਹਾਂ। ਸੇਵਿੰਗ ਆਪਣੀ ਤਾਂ ਹੀ ਹੁੰਦੀ ਹੈ ਜੇ ਮਨੀ ਹੋ ਸਕਦੀ ਹੈ, ਠੀਕ ਹੈ। ਇਹ ਕੀ ਹੈ, ਪ੍ਰੋਸੈਸ ਆ ਜਿਹੜਾ ਸਿਰਫ ਮਨੀ ਦੁਆਰਾ ਹੀ ਕੀਤਾ ਜਾ ਸਕਦਾ, ਗੁਡਸ ਦੁਆਰਾ ਨਹੀਂ ਕੀਤਾ ਜਾਂਦਾ। ਇਸ ਤੋਂ ਅੱਗੇ ਆਪਾਂ ਦੇਖਦੇ ਹਾਂ ਇਹਦਾ ਤੀਸਰਾ ਫੰਕਸ਼ਨ ਕੀ ਆ, ਟ੍ਰਾਂਸਫਰ ਆਫ ਵੈਲਥ। ਸਿੰਸ ਮਨੀ ਹੈਜ਼ ਗੋਟ ਦਾ ਫੀਚਰ ਆਫ ਜਨਰਲ ਅਸੈਪਟੇਬਿਲਿਟੀ। ਮਨੀ ਦੇ ਕੋਲ ਕਿਹੜੀ ਵਿਸ਼ੇਸ਼ਤਾ ਕਿ ਉਹਨੂੰ ਜਨਰਲ ਅਸੈਪਟੇਬਿਲਿਟੀ ਮੰਨਿਆ ਜਾਂਦਾ, ਉਹਨੂੰ ਫਿਊਚਰ ਕੀ ਆ ਸਾਰੇ ਜਾਣੇ ਅਸੈਪਟ ਕਰਦੇ ਆ ਵੀ ਅਸੀਂ ਇਹ ਜਿਹੜੀ ਮਨੀ ਹੈਗੀ ਆ ਉਹਨੂੰ ਲੈ ਕੇ ਆਪਾਂ ਕੋਈ ਵੀ ਜਿਹੜੀ ਗੁੱਡ ਆ ਆਪਾਂ ਲੈ ਸਕਦੇ ਹਾਂ। ਮਤਲਬ ਇਹਨੂੰ ਸਾਰੇ ਜਾਣੇ ਅਸੈਪਟ ਕਰਦੇ ਆ। ਦੇਅਰਫੋਰ ਵਿਦ ਦਾ ਹੈਲਪ ਆਫ ਮਨੀ
ਵੈਲਿਊ ਕੈਨ ਬੀ ਟਰਾਂਸਫਰਡ ਈਜ਼ੀਲੀ ਫਰੋਮ ਵਨ ਪਲੇਸ ਟੂ ਅਨਦਰ। ਠੀਕ ਹੈ, ਤਾਂ ਹੀ ਕਰਕੇ ਆਪਾਂ ਮਨੀ ਦੀ ਟਰਾਂਸਫਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਆਸਾਨੀ ਨਾਲ ਕਰ ਸਕਦੇ ਹਾਂ। ਟਰਾਂਸਫਰ ਕਰਨਾ ਮਤਲਬ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਉਹਨੂੰ ਭੇਜ ਦੇਣਾ। ਫੋਰ ਐਗਜ਼ਾਮਪਲ ਲੈ ਲੈਣੀ, ਇੱਕ ਤੁਹਾਡਾ ਫਰੈਂਡ ਆ ਉਹ ਦਿੱਲੀ ਵਿੱਚ ਰਹਿੰਦਾ, ਦੂਜਾ ਕੀ ਆ ਮੁੰਬਈ ਵਿੱਚ, ਜਾਂ ਫਿਰ ਤੁਸੀਂ ਦਿੱਲੀ ਦੇ ਵਿੱਚ ਰਹਿੰਦੇ ਹੋ ਤੇ ਦੂਸਰਾ ਮੁੰਬਈ ਦੇ ਵਿੱਚ ਰਹਿੰਦਾ। ਹੁਣ ਜਿਹੜਾ ਦਿੱਲੀ ਵਿੱਚ ਰਹਿੰਦਾ ਉਹਨੂੰ ਕੀ ਆ, ਪੈਸਿਆਂ ਦੀ ਲੋੜ ਆ। ਠੀਕ ਹੈ, ਉਹ ਕੀ ਕਰੂਗਾ, ਜਿਹੜਾ ਉਹਦਾ ਅਕਾਊਂਟ ਹੋਊਗਾ ਉਹਦੇ ਤੋਂ ਸਿੱਧਾ ਹੀ ਟਰਾਂਸਫਰ ਕਰੂਗਾ। ਇੱਦਾਂ ਨਹੀਂ ਹੋਊਗਾ ਵੀ ਉਹ ਦਿੱਲੀ ਤੋਂ ਚੱਲ ਕੇ ਮੁੰਬਈ ਵਿੱਚ ਉਹਨੂੰ ਪੈਸੇ ਦੇਣ ਲਈ ਜਾਊਗਾ। ਉਹ ਕੀ ਕਰ ਦੂਗਾ, ਮੁੰਬਈ ਵਾਲੇ ਜਿਹੜਾ ਉਹਦਾ ਫਰੈਂਡ ਆ ਉਹਦੇ ਅਕਾਊਂਟ ਵਿੱਚ ਸਿੱਧਾ ਉਹਨੂੰ ਟਰਾਂਸਫਰ ਕਰ ਦੂਗਾ ਜਿੰਨੇ ਵੀ ਉਹਨੂੰ ਪੈਸੇ ਚਾਹੀਦੇ ਆ। ਹੁਣ ਆਪਾਂ ਦੇਖਦੇ ਹਾਂ ਵੀ ਆ ਲੋਕਡਾਊਨ ਚੱਲ ਰਿਹਾ, ਆਪਾਂ ਫੋਨ ਰੀਚਾਰਜ ਕਿਵੇਂ ਕਰਦੇ ਹਾਂ, ਡਿਊ ਟੂ ਟਰਾਂਸਫਰ ਆਫ ਵੈਲਥ। ਮਤਲਬ ਆਪਾਂ ਕੀ ਕਰਦੇ ਹਾਂ, ਆਪਣੇ ਜਦੋਂ ਫੋਨ ਰੀਚਾਰਜ ਕਰਨ ਵਾਲੀਆਂ ਐਪਸ ਹੁੰਦੀਆਂ ਉਹਦੇ 'ਤੇ ਕੀ ਆ, ਆਪਾਂ ਆਪਦੇ ਅਕਾਊਂਟ ਨੂੰ ਭਰ ਦਿੰਦੇ ਹਾਂ ਤਾਂ ਆਪਾਂ ਟਰਾਂਸਫਰ ਕਰ ਸਕਦੇ ਹਾਂ ਅਤੇ ਆਪਣਾ ਜਿਹੜਾ ਫੋਨ ਆ ਉਹਨਾਂ ਨੂੰ ਪੈਸੇ ਦੇ ਕੇ ਆਪਣੇ ਅਕਾਊਂਟ ਦੇ ਵਿੱਚ ਉਹਨਾਂ ਨੂੰ ਟਰਾਂਸਫਰ ਹੋ ਜਾਣਗੇ, ਕੰਪਨੀਜ਼ ਨੂੰ ਟਰਾਂਸਫਰ ਹੋ ਜਾਣਗੇ ਅਤੇ ਆਪਣਾ ਫੋਨ ਹੈ ਰੀਚਾਰਜ ਹੋ ਜਾਊਗਾ। ਇੱਦਾਂ ਹੀ ਡਿਸ਼ TV ਵਾਲੇ ਜਾਂ ਫਿਰ ਕੋਈ ਵੀ TV ਰੀਚਾਰਜ ਸੈਟਅਪ ਬਾਕਸ ਰੀਚਾਰਜ ਕਰਦੇ ਆ, ਉਹ ਵੀ ਕਿਉਂ ਕਰਦੇ ਆ, ਕਿਉਂਕਿ ਆਪਾਂ ਉਹਨੇ ਟਰਾਂਸਫਰ ਕਰ ਸਕਦੇ ਹਾਂ, ਮਨੀ ਦੀ ਟਰਾਂਸਫਰ ਈਜ਼ੀਲੀ ਕਰ ਸਕਦੇ ਹਾਂ ਥਰੂ ਬੈਂਕ ਅਕਾਊਂਟ 'ਤੇ। ਠੀਕ ਹੈ, ਇਹਦੇ ਤੋਂ ਬਿਨਾਂ ਜਦੋਂ ਆਪਾਂ ਐਮਾਜ਼ੋਨ ਤੋਂ ਕੋਈ ਚੀਜ਼ ਮੰਗਾਈ ਹੈ, ਠੀਕ ਹੈ, ਜਾਂ ਪੇਟੀਐਮ 'ਤੇ ਵਿੱਚੋਂ ਕੋਈ ਵੀ ਪੇਮੈਂਟ ਕੀਤੀ ਆ, ਠੀਕ ਹੈ, ਉਹ ਕਾਹਦੇ ਨਾਲ ਕਰਦੇ ਹਾਂ, ਸਿਰਫ ਆਪਾਂ ਮਨੀ ਨਾਲ ਹੀ ਕਰਦੇ ਹਾਂ। ਮਨੀ ਆਪਾਂ ਉਹਨੂੰ ਟਰਾਂਸਫਰ ਕਰਦੇ ਹਾਂ, ਸਿਰਫ ਆਪਣੇ ਅਕਾਊਂਟ ਤੋਂ ਦੂਸਰੇ ਅਕਾਊਂਟ ਦੇ ਵਿੱਚ ਜਿਹੜੀ ਟਰਾਂਸਫਰ ਆਫ ਮਨੀ ਕਰ ਦੇਣੀ ਆ, ਉਹ ਮਨੀ ਦਾ ਇੱਕ ਬਹੁਤ ਵਧੀਆ ਇੰਪੋਰਟੈਂਟ ਫੀਚਰ ਆ। ਇਹਦੇ ਨਾਲ ਹੀ ਆਪਣੇ ਮਨੀ ਦੇ ਸੈਕੰਡਰੀ ਫੰਕਸ਼ਨਸ ਆ ਜਿਹੜੇ ਉਹ ਫਿਨਿਸ਼ ਹੋ ਚੁੱਕੇ ਆ, ਅਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਮਨੀ ਦੇ ਥਰਡ ਫੰਕਸ਼ਨ ਨੂੰ ਡਿਸਕ੍ਰਾਈਬ ਕਰਾਂਗੇ, ਉਹਦੀ ਐਕਸਪਲੇਨੇਸ਼ਨ ਕਰਾਂਗੇ ਜੋ ਕਿ ਹੈਗਾ ਕੰਟੀਜੈਂਟ ਫੰਕਸ਼ਨਸ। ਥੈਂਕ ਯੂ।